ਅਕਾਲ, मैं हाँ दीपिका खोसला ते टीवी पंजाब ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਉੱਤੇ। ਅਰੂਸਾ ਆਲਮ ਪਿੱਛੇ ਹੱਥ ਧੋ ਕੇ ਪਏ ਪੰਜਾਬ ਦੇ ਸਿਆਸਤਦਾਨ ਕੈਪਟਨ ਰੰਧਾਵਾ ਦੀ ਟਵੀਟ ਵਾਰ ਮਗਰੋਂ ਨਵਜੋਤ ਕੌਰ ਸਿੱਧੂ ਦੇ ਤਿੱਖੇ ਬਿਆਨ, ਅਰੂਸਾ ਆਲਮ ਤੇ ਕਰੋੜਾਂ ਰੁਪਏ ਦੇ ਗਹਿਣੇ ਲੈ ਕੇ ਭੱਜਣ ਦੇ ਲਗਾਏ ਇਲਜ਼ਾਮ। ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਨੂੰ ਵੀ ਘੇਰਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਮਜੀਠੀਏ ਦੇ ਨਾਮ ਉੱਤੇ ਚੜ੍ਹਦਾ ਹੈ ਗੁੱਸਾ, ਸੁਖਬੀਰ ਉੱਤੇ ਹਮੇਸ਼ਾ ਨਸ਼ੇ ਵਿੱਚ ਰਹਿਣ ਦੇ ਲਗਾਇਆ ਆਰੋਪ। ਪੰਜਾਬ ਵਿੱਚ BSF ਦਾ ਅਧਿਕਾਰ ਖੇਤਰ ਵਧਾਉਣ ਦਾ ਮੁੱਦਾ ਭਖਿਆ। ਚੰਨੀ ਸਰਕਾਰ ਨੇ ਸੋਮਵਾਰ ਨੂੰ ਬੁਲਾਈ ਸਰਬਦਲੀ ਮੀਟਿੰਗ। ਪ੍ਰਤਾਪ ਬਾਜਵਾ ਨੇ ਕਿਹਾ, ਕੇਂਦਰ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਲਗਾ ਰਿਹਾ ਹੈ ਢਾਹ। ट्रांसपोर्ट मंत्री राजा वड़िंग दे एक्शन लगातार जारी। बरनाला बस स्टैंड की सफाई ना होने उत्ते अधिकारियों नूं पाई झाड़। रोडवेज मुलाजमां ते सवारियां ने राजा वड़िंग नूं अपणियां मुश्किलां दस्सियां। ਅਤੇ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਪੰਜਾਬ ਵਿੱਚ ਜਾਰੀ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ। ਖੇਤੀ ਕਾਨੂੰਨਾਂ ਵਿਰੁੱਧ ਜੰਗ ਜਾਰੀ ਰੱਖਣ ਦਾ ਲਿਆ ਅਹਿਦ। ਹੁਣ ਖਬਰਾਂ ਦਾ ਵਿਸਥਾਰ। ਪੰਜਾਬ ਦੀ ਰਾਜਨੀਤਿਕ ਉਥਲ-ਪੁਥਲ ਅਜੇ ਖਤਮ ਨਹੀਂ ਹੋਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਿਚਾਲੇ ਅਰੂਸਾ ਆਲਮ ਨੂੰ ਲੈ ਕੇ ਟਵੀਟ ਵਾਰ ਛਿੜ ਗਈ ਹੈ। ਦਰਅਸਲ ਸੁਖਜਿੰਦਰ ਰੰਧਾਵਾ ਨੇ ਅਰੂਸਾ ਆਲਮ ਦੇ ISI ਨਾਲ ਸੰਬੰਧਾਂ ਦੀ ਜਾਂਚ ਕਰਨ ਦੀ ਗੱਲ ਆਖੀ ਸੀ। ਇਸ ਮਗਰੋਂ ਕੈਪਟਨ ਨੇ ਨਾ ਸਿਰਫ ਰੰਧਾਵਾ ਉੱਤੇ ਤਿੱਖੇ ਹਮਲੇ ਕੀਤੇ, ਸਗੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉੱਤੇ ਜਾਰੀ ਕਰ ਦਿੱਤੀ। ਇਸ ਤੋਂ ਬਾਅਦ ਰੰਧਾਵਾ ਨੇ ਆਪਣੇ ਯੂ-ਟਰਨ ਮਾਰਦਿਆਂ ਕਿਹਾ ਕਿ ਭਾਰਤੀ ਖੁਫੀਆ ਏਜੰਸੀ ਰॉ ਹੀ ਅਰੂਸਾ ਆਲਮ ਤੇ ISI ਵਿਚਾਲੇ ਸੰਬੰਧਾਂ ਬਾਰੇ ਜਾਂਚ ਕਰ ਸਕਦੀ ਹੈ। ਅਰੂਸਾ ਆਲਮ ਦੇ ਹੱਕ 'ਚ ਡਟੇ ਕੈਪਟਨ ਅਮਰਿੰਦਰ ਸਿੰਘ। ਰੰਧਾਵਾ ਦੀ ਕਾਰਗੁਜ਼ਾਰੀ ਉੱਤੇ ਕੈਪਟਨ ਨੇ ਚੁੱਕੇ ਸਵਾਲ। ਕਿਹਾ, ਅਰੂਸਾ ਤਾਂ 16 ਸਾਲਾਂ ਤੋਂ ਆ ਰਹੀ ਹੈ ਪੰਜਾਬ। ਰੰਧਾਵਾ ਦੱਸਣ ਬਰਗਾੜੀ ਮਾਮਲੇ ਤੇ ਕੀ ਕੀਤਾ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਉੱਤੇ ਛਿੜੇ ਵਿਵਾਦ ਤੇ ਹੁਣ ਕੈਪਟਨ ਖੁੱਲ੍ਹ ਕੇ ਸਾਹਮਣੇ ਆ ਗਏ ਨੇ। ਕੈਪਟਨ ਨੇ ਨਾ ਸਿਰਫ ਅਰੂਸਾ ਦੇ ਪੰਜਾਬ ਆਉਣ ਦਾ ਪੱਖ ਪੂਰਿਆ, ਸਗੋਂ ਸਵਾਲ ਚੁੱਕਣ ਵਾਲੇ ਆਪਣੇ ਪੁਰਾਣੇ ਸਾਥੀਆਂ ਨੂੰ ਵੀ ਕਰੜਾ ਜਵਾਬ ਦਿੰਦੇ ਹੋਏ ਪਹਿਲੀ ਵਾਰ ਅਰੂਸਾ ਆਲਮ ਦੀਆਂ ਸੋਨੀਆ ਗਾਂਧੀ ਦੇ ਨਾਲ ਤਸਵੀਰਾਂ ਜਾਰੀ ਕੀਤੀਆਂ, ਜਿਸ ਤੋਂ ਬਾਅਦ ਰੰਧਾਵਾ ਨੂੰ ਪਿੱਛੇ ਹਟਣਾ ਪਿਆ। ਦਰਅਸਲ ਰੰਧਾਵਾ ਨੇ ਅਰੂਸਾ ਆਲਮ ਦੇ ISI ਕਨੈਕਸ਼ਨ ਦੀ ਜਾਂਚ ਲਈ ਕਿਹਾ ਸੀ, ਜਿਸ ਤੋਂ ਬਾਅਦ ਆਪਣੀ ਮਹਿਲਾ ਮਿੱਤਰ ਦੇ ਬਚਾਅ 'ਚ ਆਏ ਕੈਪਟਨ ਨੇ ਰੰਧਾਵਾ ਤੇ ਤਾਬੜ-ਤੋੜ ਹਮਲੇ ਕਰ ਦਿੱਤੇ। ਕਾਂਗਰਸੀਆਂ ਨੂੰ ਉਹਨਾਂ ਦੀ ਹੱਦ ਤੇ ਅਰੂਸਾ ਆਲਮ ਦੀ ਪਹੁੰਚ ਦਿਖਾਉਂਦੇ ਹੋਏ ਕੈਪਟਨ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਜਾਰੀ ਕਰ ਦਿੱਤੀ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਰੰਧਾਵਾ ਦਿੱਲੀ ਪਹੁੰਚ ਕੇ ਜਾਂਚ ਤੋਂ ਮੁੱਕਰ ਗਏ। ਉਹਨਾਂ ਨੇ ਕਿਹਾ ਕਿ ਇਹ ਦੋ ਦੇਸ਼ਾਂ ਨਾਲ ਜੁੜਿਆ ਮਾਮਲਾ ਹੈ, ਜਿਸ ਦੀ ਜਾਂਚ ਰॉ ਹੀ ਕਰ ਸਕਦੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਕਹਿ ਰਹੇ ਸੀ ਕਿ ਇਸ ਦੀ ਜਾਂਚ ਪੰਜਾਬ ਸਰਕਾਰ ਕਰਵਾਏਗੀ। ਉਪ ਮੁੱਖ ਮੰਤਰੀ ਵੱਲੋਂ ਕੈਪਟਨ ਉੱਤੇ ਕੀਤੇ ਜਾ ਰਹੇ ਨਿੱਜੀ ਹਮਲਿਆਂ ਉੱਤੇ ਪਲਟਵਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਅਰੂਸਾ ਆਲਮ 16 ਸਾਲਾਂ ਤੋਂ ਕੇਂਦਰ ਦੀ ਮਨਜ਼ੂਰੀ ਨਾਲ ਭਾਰਤ ਆ ਰਹੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਡਿਪਟੀ CM ਰੰਧਾਵਾ ਨੂੰ ਸਵਾਲ ਕੀਤਾ ਕਿ ਉਹ ਇਹ ਦੋਸ਼ ਲਗਾ ਰਹੇ ਨੇ ਕਿ NDA ਅਤੇ ਪਿਛਲੀ UPA ਸਰਕਾਰਾਂ ਦੀ ISI ਨਾਲ ਮਿਲੀ ਭੁਗਤ ਸੀ। ਅਮਰਿੰਦਰ ਸਿੰਘ ਨੂੰ ਉਹਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ, ਸੁਖਜਿੰਦਰ ਸਿੰਘ ਤੁਸੀਂ ਮੇਰੇ ਮੰਤਰੀ ਮੰਡਲ ਵਿੱਚ ਰਹੇ, ਮੈਂ ਤੁਹਾਨੂੰ ਪਹਿਲਾਂ ਕਦੇ ਉਸ ਬਾਰੇ ਸ਼ਿਕਾਇਤ ਕਰਦੇ ਨਹੀਂ ਸੁਣਿਆ ਅਤੇ ਉਹ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ 16 ਸਾਲਾਂ ਤੋਂ ਆ ਰਹੀ ਸੀ, ਤਾਂ ਕੀ ਤੁਸੀਂ ਹੁਣ ਇਹ ਦੋਸ਼ ਲਗਾ ਰਹੇ ਹੋ ਕਿ ਪਿਛਲੇ 16 ਸਾਲਾਂ ਤੋਂ NDA ਅਤੇ ਕਾਂਗਰਸ ਦੀ ਅਗਵਾਈ ਵਾਲੀ UPA ਸਰਕਾਰ ISI ਨਾਲ ਮਿਲੇ ਹੋਏ ਸੀ। ਇਸ ਦੇ ਨਾਲ ਹੀ ਮੀਡੀਆ ਸਲਾਹਕਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਆਲਮ ਦੀ ਤਸਵੀਰ ਵੀ ਟਵੀਟ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਪ ਮੁੱਖ ਮੰਤਰੀ ਨਿੱਜੀ ਹਮਲੇ ਕਰ ਰਹੇ ਨੇ। ਇਲਜ਼ਾਮ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਸਰਕਾਰ ਨੇ 1 ਮਹੀਨੇ 'ਚ ਬਰਗਾੜੀ ਮਾਮਲੇ ਉੱਤੇ ਕੀ ਕੀਤਾ। ਨਸ਼ਿਆਂ ਦੀ ਤਸਕਰੀ ਸੰਬੰਧੀ ਉਹਨਾਂ ਨੇ ਜੋ ਵਾਅਦੇ ਕੀਤੇ ਸੀ, ਉਹਨਾਂ ਦਾ ਕੀ ਹੋਇਆ। ਇਹਨਾਂ ਉੱਤੇ ਕਾਰਵਾਈ ਕਰਨ ਦੀ ਬਜਾਏ ਉਹ ਨਿੱਜੀ ਹਮਲੇ ਕਰ ਰਹੇ ਨੇ। ਰੰਧਾਵਾ ਉੱਤੇ ਚੁਟਕੀ ਲੈਂਦਿਆਂ ਕੈਪਟਨ ਨੇ ਕਿਹਾ
ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸੂਬਾ ਹਾਈ ਅਲਰਟ ਤੇ ਹੈ। ਉਪ ਮੁੱਖ ਮੰਤਰੀ ਨੂੰ ਬੇਲੋੜੀ ਜਾਂਚ ਕਰਨ ਦੀ ਬਜਾਏ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ, ਜਿਸ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ। ਹਾਲਾਂਕਿ ਰੰਧਾਵਾ ਅਰੂਸਾ ਦੇ ISI ਕਨੈਕਸ਼ਨ ਦੀ ਜਾਂਚ ਤੋਂ ਮੁੱਕਰੇ ਨੇ, ਪਰ ਕੈਪਟਨ ਤੇ ਹਮਲਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਰੰਧਾਵਾ ਨੇ ਕੈਪਟਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇੱਕ ਸੱਚਾ ਦੇਸ਼ ਭਗਤ ਹਾਂ ਅਤੇ ਤੁਸੀਂ ਬਿਹਤਰ ਜਾਣਦੇ ਹੋ, ਤੁਹਾਨੂੰ ਕਾਨੂੰਨ ਵਿਵਸਥਾ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪੁਲਿਸ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ, ਚੀਕੂ ਅਤੇ ਸੀਤਾਫਲ ਦੀ ਨਹੀਂ। ਹੁਣ ਰੰਧਾਵਾ ਦੇ ਇਸ ਟਵੀਟ ਦਾ ਕੈਪਟਨ ਕੀ ਜਵਾਬ ਦਿੰਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ, ਪਰ ਇੱਕ ਗੱਲ ਸਾਫ਼ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਅਜੇ ਵੀ ਕਾਂਗਰਸ ਆਪਣੇ ਕਾਂਟੋ ਕਲੇਸ਼ ਵਿੱਚ ਫਸੀ ਹੋਈ ਹੈ। ਬਿਊਰੋ ਰਿਪੋਰਟ, TV ਪੰਜਾਬ। ਅਰੂਸਾ ਆਲਮ ਬਾਰੇ ਪੰਜਾਬ ਕਾਂਗਰਸ ਅੰਦਰ ਪੱਖ ਦੇ ਵਿਵਾਦ ਵਿੱਚ ਨਵਜੋਤ ਕੌਰ ਸਿੱਧੂ ਦੀ ਵੀ ਐਂਟਰੀ ਹੋ ਗਈ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਪੋਸਟਿੰਗ ਅਰੂਸਾ ਆਲਮ ਨੂੰ ਰਿਸ਼ਵਤ ਦਿੱਤੇ ਬਿਨਾਂ ਨਹੀਂ ਹੁੰਦੀ ਸੀ। ਅਹੁਦਿਆਂ ਦੇ ਚਾਹਵਾਨ ਅਰੂਸਾ ਦੇ ਘਰ ਮਹਿੰਗੇ ਡਾਇਮੰਡ ਗਿਫਟ ਅਤੇ ਨੋਟਾਂ ਨਾਲ ਭਰੇ ਅਟੈਚੀ ਲੈ ਕੇ ਜਾਂਦੇ ਸਨ। ਨਵਜੋਤ ਕੌਰ ਸਿੱਧੂ ਮੁਤਾਬਕ ਅਰੂਸਾ ਆਲਮ ਉਹ ਸਾਰਾ ਪੈਸਾ ਲੈ ਕੇ ਦੁਬਈ ਤੇ ਇੰਗਲੈਂਡ ਭੱਜ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਅਰੂਸਾ ਆਲਮ ਦੇ ਪਿੱਛੇ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਪੈਸਿਆਂ ਨਾਲ ਉਹ ਵੀ ਐਸ਼ ਕਰ ਸਕਣ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਰੂਸਾ ਆਲਮ ਦੀਆਂ ਸ਼ੱਕੀ ਗਤੀਵਿਧੀਆਂ ਕਾਰਨ ਉਹਨਾਂ ਨੇ ਆਪਣੇ ਪਤੀ ਨੂੰ ਉਸ ਦੇ ਨੇੜੇ ਨਹੀਂ ਲੱਗਣ ਦਿੱਤਾ ਸੀ। ਜਿਹੜੀ ਵੀ ਪੋਸਟਿੰਗ ਆਪਣੇ ਪੰਜਾਬ 'ਚ ਹੋਈ ਉਹ ਕੋਈ ਵੀ ਬਿਨਾਂ ਟੈਚੀ ਦੇ ਨਹੀਂ ਹੋਈ ਤੇ ਅਰੂਸਾ ਆਲਮ ਨੂੰ ਗਿਫਟ ਦਿੱਤੇ ਬਿਨਾਂ ਨਹੀਂ ਹੋਈ। ਸਾਡੇ ਵਰਗਿਆਂ ਦੀ ਨਹੀਂ ਬਣੀ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਅਰੂਸਾ ਦੇ ਨੇੜੇ ਨਹੀਂ ਜਾਣ ਦਿੱਤਾ। ਕਿੱਥੇ ਗਿਆ ਪੈਸਾ ਕਿੱਥੇ ਗਿਆ ਮੈਡਮ ਕਿੱਥੇ ਗਿਆ ਪੈਸਾ ਟੈਚੀ ਕਿੱਥੇ ਗਏ ਉਹ ਲੈ ਕੇ ਨਿਕਲੇਗਾ ਉਹ ਦੁਬਈ ਲੈ ਕੇ ਇੰਗਲੈਂਡ ਤੇ ਦੁਬਈ ਲੈ ਕੇ ਭੱਜ ਗਈ। ਹਰ ਬੰਦਾ ਹਰ ਅਕਾਲੀ ਬੰਦਾ ਉਹਦੇ ਕੋਲ ਡਾਇਮੰਡ ਦੇ ਸੈੱਟ ਤੋਂ ਬਿਨਾਂ ਨਹੀਂ ਸੀ ਜਾਂਦਾ। ਕੋਈ ਬੰਦਾ ਚੇਅਰਮੈਨ ਟੈਚੀ ਤੋਂ ਬਿਨਾਂ ਨਹੀਂ ਸੀ ਲੱਗਦਾ। ਕੋਈ ਵੱਡੀ ਪੁਲਿਸ ਦੀ ਪੋਸਟਿੰਗ ਅਰੂਸਾ ਆਲਮ ਤੋਂ ਬਿਨਾਂ ਨਹੀਂ ਹੁੰਦੀ ਸੀਗੀ। ਉਹਦੇ ਕੋਲ ਟੈਚੀ ਜਾਂਦਾ ਸੀ। ਓਪਨ ਸੀਕ੍ਰੇਟ ਹੈ ਐਂਡ ਓਪਨ ਸੀਕ੍ਰੇਟ ਹੈ ਕਿ ਪੰਜਾਬ ਦਾ ਪੈਸਾ ਲੈ ਕੇ ਉਹ ਭੱਜ ਗਈ ਹੈ। ਹੁਣ ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ ਉਹਦੇ ਪਿੱਛੇ ਜਾਣ, ਉਹ ਪੈਸੇ ਤੇ ਉਹ ਨਿਗਾਹ ਰੱਖਣ, ਨਹੀਂ ਤਾਂ ਉਹ ਪੈਸਾ ਉਹਨਾਂ ਦੇ ਹੱਥੋਂ ਵੀ ਚਲੇ ਜਾਊਗਾ। ਉਹ ਪੈਸੇ ਨਾਲ ਆਪ ਵੀ ਥੋੜੀ ਮੋਟੀ ਐਸ਼ ਕਰ ਲੈਣ, ਨਹੀਂ ਤਾਂ ਉਹ ਲੈ ਕੇ ਗਾਇਬ ਹੋ ਗਈ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਉੱਤੇ ਵੀ ਤਿੱਖੇ ਸਿਆਸੀ ਨਿਸ਼ਾਨੇ ਵਿੰਨੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਡਰੱਗ ਤਸਕਰਾਂ ਨਾਲ ਸੰਬੰਧ ਰੱਖਣ ਵਾਲੇ ਵਿਕਰਮ ਮਜੀਠੀਆ ਦਾ ਨਾਮ ਸੁਣਦੇ ਹੀ ਉਹਨਾਂ ਨੂੰ ਗੁੱਸਾ ਚੜ ਜਾਂਦਾ ਹੈ, ਇਸ ਲਈ ਉਹ ਉਹਨਾਂ ਦਾ ਨਾਮ ਤੱਕ ਸੁਣਨਾ ਪਸੰਦ ਨਹੀਂ ਕਰਦੇ। ਉੱਥੇ ਹੀ ਸੁਖਬੀਰ ਬਾਦਲ ਉੱਤੇ ਉਹਨਾਂ ਨੇ ਨਸ਼ਾ ਕਰਕੇ ਬਿਆਨਬਾਜ਼ੀਆਂ ਕਰਨ ਦੇ ਆਰੋਪ ਲਗਾਏ। ਵਿਕਰਮ ਮਜੀਠੀਆ ਠੋਕੋ ਤਾਲੀ ਦੇ ਨਾਮ ਤੋਂ ਕਹਿੰਦੇ ਨੇ, ਤੁਸੀਂ ਕੀ ਕਹਿਣਾ ਚਾਹੋ? ਮੈਂ ਨਾ ਉਹ ਡਰੱਗ ਲਾਰਡ ਜਿਹਨੇ ਬਰਬਾਦ ਕੀਤਾ ਨਾ ਪੰਜਾਬ, ਮੈਂ ਉਹਦਾ ਨਾਮ ਹੀ ਨਹੀਂ ਲੈਣਾ ਚਾਹਦੀ। ਮੈਨੂੰ ਗੁੱਸਾ ਚੜ ਜਾਂਦਾ। ਸਿੱਧੂ ਨੂੰ ਕਹਿ ਰਹੇ ਕਿ ਉਹਨਾਂ ਦੀ ਦਿਮਾਗ ਇਹਨਾਂ ਇਦਾਂ ਦੀ ਗੱਲਾਂ ਕਰਦੇ ਹੋ। ਉਹ ਵਿਚਾਰੇ ਇੰਨੇ ਘਬਰਾਏ ਹੋਏ, ਉਹ ਕਹਿੰਦੇ ਕੁਝ ਹੋ ਜੇ, ਬਸ ਇਹ ਬੰਦੇ ਨੂੰ ਦੂਰ ਕਰ ਦਿਓ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜਿੱਤ ਤੇ ਹਾਰ ਦੇ ਵਿੱਚ ਇਹ ਬੰਦਾ ਆ ਜਾਊਗਾ। ਜਦੋਂ ਸਟੇਜਾਂ ਤੇ ਚੜ ਕੇ ਨਾ ਸੱਚ ਬੋਲੇਗਾ ਤਾਂ ਲੋਕ ਉਹਦੀ ਸੱਚਾਈ ਨੂੰ ਸੁਣਨਗੇ ਤਾਂ ਸਾਡੇ ਚਾਂਸਸ ਜ਼ੀਰੋ ਹੋ ਜਾਣਗੇ। ਇਸ ਗੱਲ ਤੋਂ ਡਰ ਰਹੇ ਪਰ ਮੈਡਮ ਇਸ ਤਰ੍ਹਾਂ ਵਰਡ ਯੂਜ਼ ਕੀਤੇ ਜਾ ਰਹੇ ਠੋਕੋ ਤਾਲੀ ਵਰਡ ਇਹਦੇ ਤੇ ਤੁਸੀਂ ਉਹਨਾਂ ਦੀ ਮੈਂਟੈਲਿਟੀ ਦਿਖਾਉਂਦੀ ਹੈ, ਮੈਂ ਨਹੀਂ ਯੂਜ਼ ਕਰ ਸਕਦੀ। ਕਹਿ ਰਹੇ ਨੇ ਜੀ ਅਰੂਸਾ ਸਾਰਾ ਭਾਵ ਲੈ ਕੇ ਚਲੇਂਗੇ। ਸੁਖਬੀਰ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਉਹ ਜਿੰਨੀ ਗੋਲੀ ਠੋਕਦਾ ਅੰਦਰ ਉਹੀ ਜਿਹਾ ਕਮੈਂਟ ਦੇ ਦਿੰਦਾ। ਗੋਲੀਆਂ ਤੋਂ ਬਿਨਾਂ ਉਹ ਸਰਵਾਈਵ ਨਹੀਂ ਕਰਦਾ। ਵਿਚਾਰੀ ਦੀ ਫੀਮ ਜਿੱਦਨ ਜ਼ਿਆਦਾ ਚੜੀ ਹੋਵੇ ਉਦੋਂ ਗੁੱਸਾ ਕਰ ਲੈਂਦਾ, ਜਿੱਦਨ ਫੀਮ ਘੱਟ ਹੋਵੇ ਉਦੋਂ ਥੋੜਾ ਗੁੱਸਾ ਕਰ ਲੈਂਦਾ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅੰਦਰ BSF ਦਾ ਅਧਿਕਾਰ ਖੇਤਰ ਵਧਾਉਣ ਉੱਤੇ ਤਿੱਖੀ ਟਿੱਪਣੀ ਕੀਤੀ ਹੈ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਤਾਪ ਬਾਜਵਾ ਨੇ ਕਿਹਾ ਕਿ BSF ਦੀਆਂ ਤਾਕਤਾਂ ਵਿੱਚ ਵਾਧਾ ਕਰਕੇ ਕੇਂਦਰ ਸਰਕਾਰ ਨੇ ਦੇਸ਼ ਦੇ ਫੈਡਰਲ ਸਿਸਟਮ ਨੂੰ ਢਾਹ ਲਗਾਈ ਹੈ। ਬਾਜਵਾ ਮੁਤਾਬਕ ਬਿਨਾਂ ਰਾਜ ਸਰਕਾਰ ਦੀ ਮਨਜ਼ੂਰੀ ਉੱਤੇ ਇਸ ਤਰ੍ਹਾਂ ਫੌਜ ਜਾਂ ਨੀਮ ਫੌਜੀ ਦਸਤਿਆਂ ਨੂੰ ਤਾਇਨਾਤ ਨਹੀਂ ਕੀਤਾ ਜਾ ਸਕਦਾ। ਇਹ ਸਭ ਕੁਝ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਹੋ ਰਿਹਾ ਹੈ। ਬਾਜਵਾ ਨੇ ਕਿਹਾ ਕਿ ਅੱਤਵਾਦ ਦੇ ਦੌਰ ਵਿੱਚ ਵੀ ਰਾਜਪਾਲ ਦੀ ਸਿਫਾਰਿਸ਼ ਉੱਤੇ ਹੀ ਸੂਬੇ ਅੰਦਰ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਜਾਂਦੀ ਸੀ। ਬਾਜਵਾ ਨੇ ਇਸ ਮੁੱਦੇ ਉੱਤੇ ਚੰਨੀ ਸਰਕਾਰ ਵੱਲੋਂ ਬੁਲਾਈ ਆਲ ਪਾਰਟੀ ਮੀਟਿੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਨੂੰ ਕਿਸੇ ਵੀ ਸੂਬੇ ਦੇ ਲੋਕਤਾਂਤਰਿਕ ਹੱਕਾਂ ਉੱਤੇ ਡਾਕਾ ਨਹੀਂ ਮਾਰਨਾ ਚਾਹੀਦਾ। ਦੇਖੋ, ਮੈਂ ਸਮਝਦਾ ਕਿ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਇਸ ਕਿਸਮ ਦੀ ਮਦਾਖਲਤ, ਕਿਉਂਕਿ ਇਹ ਫੈਡਰਲ ਸਿਸਟਮ ਹੈ, ਫੈਡਰਲ ਸਿਸਟਮ ਦੇ ਵਿੱਚ ਤੁਸੀਂ ਕਿਸੇ ਸੂਬੇ ਦੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ
ਜੇ ਆਪਣੇ ਆਪ ਤੁਸੀਂ ਇਹੋ ਜਿਹੇ ਕਾਨੂੰਨ ਜਾਰੀ ਕਰ ਦੋਗੇ, ਵੇਖੋ ਗਵਰਨਮੈਂਟ ਆਫ ਇੰਡੀਆ ਕੋ ਸਾਰੇ ਰਾਈਟਸ ਹੈ ਟੂ ਪ੍ਰੋਟੈਕਟ ਸਾਡੇ ਜਿਹੜੇ ਇੰਟਰਨੈਸ਼ਨਲ ਬਾਰਡਰਸ ਨੇ, ਭਾਵੇਂ ਸੀ ਬਾਰਡਰਸ ਨੇ, ਭਾਵੇਂ ਲੈਂਡ ਬਾਰਡਰਸ ਨੇ, ਗਵਰਨਮੈਂਟ ਆਫ ਇੰਡੀਆ ਹੀ ਪ੍ਰੋਟੈਕਟ ਕਰਦੀ ਹੈ। ਬਟ ਕਿਸੇ ਵੀ ਸੂਬੇ ਦੇ ਵਿੱਚ ਐਂਟਰੀ ਕਰਨ ਤੋਂ ਪਹਿਲੇ ਘੱਟ ਤੋਂ ਘੱਟ ਉਸ ਸੂਬੇ ਦੀ ਸਰਕਾਰ ਦੀ ਮਨਜ਼ੂਰੀ ਲੈਣੀ ਜ਼ਰੂਰੀ। ਜਿਹੜੀ ਇਸ ਮੇਰਾ ਖਿਆਲ ਹੈ ਜੋ ਚੀਫ ਮਿਨਿਸਟਰ ਸਾਹਿਬ ਦੇ ਮੈਂ ਬਿਆਨ ਪੜ੍ਹੇ ਨੇ ਸਰ ਚਰਨਜੀਤ ਸਿੰਘ ਚੰਨੀ ਦੇ, ਉਹਦੇ ਮੁਤਾਬਕ ਹੈ ਕਿ ਗਵਰਨਮੈਂਟ ਹੋਮ ਮਿਨਿਸਟਰੀ ਨੇ ਇਹਨਾਂ ਦੀ ਇਜਾਜ਼ਤ ਨਹੀਂ ਲਈ। ਅਤੇ ਮੇਰਾ ਖਿਆਲ ਉਹਨਾਂ ਨੂੰ ਜਿੰਨਾ ਚਿਰ ਚੀਫ ਮਿਨਿਸਟਰ ਇਜਾਜ਼ਤ ਨਹੀਂ ਦਿੰਦਾ, ਉਹ ਜਿੱਥੇ ਪਹਿਲੇ ਅੱਗੇ 5-7 ਕਿਲੋਮੀਟਰ ਤੱਕ ਰਹਿੰਦੇ ਸੀ ਕੰਡੇ ਵਾਲੀ ਤਾਰ ਤੋਂ 5 ਕਿਲੋਮੀਟਰ ਦੇ ਅੰਦਰ ਅੰਦਰ BSF ਕਿਤੇ ਵੀ ਜਾ ਸਕਦੀ ਸੀ, ਚੈਕਿੰਗ ਵਾਸਤੇ ਜਾ ਸਕਦੀ ਸੀ, ਕਿਉਂਕਿ ਉੱਥੇ ਇੰਟਰਨੈਸ਼ਨਲ ਸਮਗਲਿੰਗ ਵੀ ਹੁੰਦੀ ਹੈ, ਇੰਟਰਨੈਸ਼ਨਲ ਐਸਪੋਨਾਜ ਵੀ ਹੁੰਦੀ ਹੈ, ਬਹੁਤ ਜਗ੍ਹਾ ਦੇ ਉੱਤੇ ISI ਦੀ ਮਦਾਖਲਤ ਵੀ ਹੁੰਦੀ ਹੈ। ਸੋ ਇਹ ਜਿਹੜੀ 50 ਕਿਲੋਮੀਟਰ ਦੀ ਹੈ, ਇਹਦੇ ਵਿੱਚ ਜੇ ਚੀਫ ਮਿਨਿਸਟਰ ਨੇ ਆਲ ਪਾਰਟੀ ਮੀਟਿੰਗ ਬੁਲਾਈ ਹੈ ਤਾਂ ਮੈਂ ਵੈਲਕਮ ਕਰਨਾ, ਅਤੇ ਮੈਂ ਸਮਝਣਾ ਕਿ ਇਹਦੇ 'ਚ ਪੂਰਨ ਹੱਕ ਹੈ। ਕੋਈ ਵੀ ਬਾਰਡਰ ਦੀਆਂ ਸਟੇਟਸ ਹੈ ਨੇ, ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਆਪਣੀ ਉੱਥੋਂ ਦੀਆਂ ਰਿਸਪੌਂਸਿਬਲ ਸਟੇਟਸ ਜਿਹੜੀਆਂ ਲੋਕਾਂ ਦੀਆਂ ਇਲੈਕਟਿਡ ਗਵਰਨਮੈਂਟਸ ਨੇ, ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਇਹੋ ਜਿਹਾ ਕਦਮ ਨਹੀਂ ਉਠਾਉਣਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਵਿੱਚ ਨੇ। ਇਸ ਦੇ ਚਲਦਿਆਂ ਅੱਜ ਉਹ ਬਰਨਾਲਾ ਪਹੁੰਚੇ। ਰਾਜਾ ਵੜਿੰਗ ਬੱਸ ਅੱਡੇ ਵਿੱਚ ਮੌਜੂਦ ਸਵਾਰੀਆਂ ਨੂੰ ਮਿਲੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇੰਨਾ ਹੀ ਨਹੀਂ, ਮੰਤਰੀ ਨੇ ਬੱਸ ਅੱਡੇ ਦਾ ਮੁਆਇਨਾ ਕੀਤਾ ਤੇ ਮੌਜੂਦਾ ਹਾਲ ਦੇਖ ਕੇ ਅਧਿਕਾਰੀਆਂ ਨੂੰ ਵੀ ਰੱਜ ਕੇ ਝਾੜ ਪਾਈ। ਬੱਸ ਅੱਡੇ ਉੱਤੇ ਪਈ ਗੰਦਗੀ ਦੇਖ ਕੇ ਰਾਜਾ ਵੜਿੰਗ ਨੇ ਅਧਿਕਾਰੀਆਂ ਨੂੰ ਤੁਰੰਤ ਸਫਾਈ ਕਰਵਾਉਣ ਦੇ ਹੁਕਮ ਦਿੱਤੇ। ਵੜਿੰਗ ਨੇ ਅੱਡਾ ਜਨਰਲ ਮੈਨੇਜਰ ਨੂੰ ਸਖਤ ਲਹਿਜ਼ੇ ਵਿੱਚ ਕਿਹਾ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਵੜਿੰਗ ਨੇ ਚੇਅਰਮੈਨ ਤੋਂ ਵੀ ਅੱਡੇ ਦੀ ਖਸਤਾ ਹਾਲਤ ਉੱਤੇ ਜਵਾਬ ਮੰਗਿਆ। ਉਧਰ ਦੂਜੇ ਪਾਸੇ PRTC ਦੇ ਮੁਲਾਜ਼ਮਾਂ ਨੇ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਹੱਲ ਕਰਨ ਦੀ ਬੇਨਤੀ ਕੀਤੀ ਹੈ। ਸ਼ਰਮਾ ਜੀ कोई गल नहीं, दसना की है ढिल्लों साहब ने बनाया होना चेयरमैन तो जनाब जिथे ढिल्लों साहब के इन्ने लोग आते हैं उस अड्डे की थोड़ी इन्नी माड़ी हालात है, इन्ना मुश्क मारदा है, कौन पाएगा वो ट्रिपां? नहीं टेंडर तो असी देने थोनू पैसे, तुसीं किहड़ा टेंडर लाया सी? 1.5 करोड़ रुपया दे रहे ट्रस्ट तो धन्नवाद, 1.5 करोड़ रुपया असी दे रहे हैं तुहानू। बट ये हालात तो देखो की है, बस स्टैंड के हालात तो आगे जरा देखो चेयरमैन साहब, ताई तो अपने हालात कंडम हो रहे हैं। जिथे पब्लिक होती है उत्थे कोई सफाई नहीं। चेयरमैन साहब तुम घरे बैठे हो, आ जाओ। ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਸਰਕਾਰੀ ਬੱਸਾਂ ਨੂੰ ਕਰੋੜਾਂ ਦਾ ਘਾਟਾ ਹੋ ਰਿਹਾ ਹੈ। ਦਰਅਸਲ ਸਰਕਾਰੀ ਬੱਸਾਂ ਉੱਤੇ ਲਾਏ ਟਰੈਕਿੰਗ ਸਿਸਟਮ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਲੈ ਰਹੇ ਨੇ, ਕਿਉਂਕਿ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਬੱਸਾਂ ਨੂੰ ਟਰੈਕ ਕਰਕੇ ਉਹਨਾਂ ਤੋਂ ਪਹਿਲਾਂ ਹੀ ਬੱਸ ਅੱਡੇ ਉੱਤੇ ਪਹੁੰਚ ਕੇ ਸਵਾਰੀਆਂ ਚੁੱਕ ਰਹੇ ਸਨ। ਇਸ ਨਾਲ ਰੋਡਵੇਜ਼ ਬੱਸਾਂ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ, ਪਰ ਸਰਕਾਰ ਇਸ ਸਭ ਤੋਂ ਅਣਜਾਣ ਹੈ। ਹੁਣ PRTC ਦੇ ਮੁਲਾਜ਼ਮਾਂ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੋਂ ਇਸ ਮਾਮਲੇ ਵਿੱਚ ਕੋਈ ਉਚਿਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇੱਕ ਪਾਸੇ ਜਿੱਥੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾਅਵਾ ਕਰ ਰਹੇ ਨੇ ਕਿ ਪੰਜਾਬ ਰੋਡਵੇਜ਼ ਨੂੰ ਉਹਨਾਂ ਨੇ ਫਾਇਦੇ ਵਿੱਚ ਪਹੁੰਚਾ ਦਿੱਤਾ ਹੈ, ਉੱਥੇ ਸਰਕਾਰਾਂ ਦੀਆਂ ਗਲਤੀਆਂ ਕਾਰਨ ਹੀ ਪੰਜਾਬ ਰੋਡਵੇਜ਼ ਨੂੰ ਕਰੋੜਾਂ ਦਾ ਘਾਟਾ ਹੋ ਰਿਹਾ ਹੈ। ਇਹ ਖੁਲਾਸਾ ਕੀਤਾ ਹੈ PRTC ਦੇ ਮੁਲਾਜ਼ਮਾਂ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੱਸਾਂ ਵਿੱਚ ਲਗਾਏ ਵਹੀਕਲ ਟਰੈਕਿੰਗ ਸਿਸਟਮ ਦਾ ਫਾਇਦਾ ਰੋਡਵੇਜ਼ ਦੀ ਜਗ੍ਹਾ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਹੋ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਲੋਕਾਂ ਨੂੰ ਇਸ ਬਾਰੇ ਜਾਗਰੂਕ ਨਹੀਂ ਕਰ ਸਕੀ। ਦੂਜੇ ਪਾਸੇ ਪ੍ਰਾਈਵੇਟ ਬੱਸਾਂ ਵਾਲੇ ਇਸ ਟਰੈਕਿੰਗ ਸਿਸਟਮ ਦੀ ਵਰਤੋਂ ਕਰਕੇ ਸਰਕਾਰੀ ਬੱਸਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਵਾਰੀਆਂ ਨੂੰ ਚੁੱਕ ਲੈਂਦੇ ਨੇ, ਜਿਸ ਨਾਲ ਰੋਡਵੇਜ਼ ਬੱਸਾਂ ਨੂੰ ਨੁਕਸਾਨ ਹੋ ਰਿਹਾ ਹੈ। ਪੰਜਾਬ ਦੀਆਂ ਕਰੀਬ 2400 ਸਰਕਾਰੀ ਬੱਸਾਂ ਦੇ ਵਿੱਚ ਵਹੀਕਲ ਟਰੈਕਿੰਗ ਸਿਸਟਮ ਲੱਗਾ ਹੈ, ਪਰ ਇਸ ਦਾ ਫਾਇਦਾ ਪ੍ਰਾਈਵੇਟ ਬੱਸਾਂ ਵਾਲੇ ਚੁੱਕ ਰਹੇ ਨੇ। ਪਰ ਲੱਗਦਾ ਹੈ ਕਿ ਰਾਜਾ ਵੜਿੰਗ ਦਾ ਇਸ ਵੱਲ ਧਿਆਨ ਨਹੀਂ ਗਿਆ। देखो जी, पंजाब सरकार वालों पिछले दिनी लगभग 6 महीने पहलों VTS सिस्टम पंजाब रोडवेज शुरू किया गया। पंजाब रोडवेज ते PRTC दी बसां 2 महीने पहलां उहनूं चालू किया गया। उहनूं काउंटरां ते लाउण वास्ते सानूं VTS टाइम होना चाहिए। सो ਉਹਦੇ ਨੁਕਸਾਨ ਹੋ ਰਿਹਾ ਰੋਡਵੇਜ਼ ਨੂੰ ਵੱਡੇ ਪੱਧਰ ਤੇ। ਕਹਿਣ ਤੋਂ ਭਾਵ ਕਿ ਸਾਡੇ ਟਾਈਮ ਮਿਸ ਹੋ ਰਿਹਾ, ਜਿੱਥੇ VTS ਤੇ ਸਾਡਾ ਟਾਈਮ ਨਹੀਂ ਜਾਂ ਟਾਈਮ ਲੰਘ ਜਾਂਦਾ ਸਾਨੂੰ ਕਾਊਂਟਰ ਤੇ ਨਹੀਂ ਲਗਾਉਣ ਦਿੱਤਾ ਜਾਂਦਾ। ਦੂਸਰੇ ਪਾਸੇ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਉੱਪਰ ਜਿਹੜੇ ਕੰਮ ਕਰਦੇ ਮੁਲਾਜ਼ਮ ਨੇ ਉਹਨਾਂ ਨੇ ਟਰੈਕਿੰਗ ਸਿਸਟਮ ਜਿਹੜਾ ਆਮ ਜਨਤਾ ਲਈ ਸਰਕਾਰ ਨੇ ਪਾਇਆ ਕਿ ਆਮ ਜਨਤਾ ਟਰੈਕ ਕਰ ਸਕਦੀ ਆ ਸਾਡੇ ਵਹੀਕਲ ਕਿੱਥੇ ਜਾ ਰਹੇ ਆ। ਵਹੀਕਲ ਟਰੈਕਿੰਗ ਸਿਸਟਮ ਜਰੀਏ ਉਹ ਪ੍ਰਾਈਵੇਟ ਵਾਲੇ ਜਿਹੜੇ ਨੇ
ਉਹ ਸਾਡੀਆਂ ਬੱਸਾਂ ਨੂੰ ਟਰੈਕ ਕਰਕੇ ਸਾਡਾ ਜਿੱਥੇ ਟਾਈਮ ਹੈ ਸਰਕਾਰੀ ਟਾਈਮ ਉਹਨੂੰ ਵੱਡੇ ਪੱਧਰ ਤੇ ਚੂਨਾ ਲਗਾ ਰਹੇ ਖਾ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅੱਧੇ ਮਿੰਟ 'ਚ ਸਾਡੇ ਕੋਲ ਰੋਡਵੇਜ਼ ਦੀ ਬੱਸ ਪਹੁੰਚ ਰਹੀ ਆ, 1 ਮਿੰਟ 'ਚ ਪਹੁੰਚ ਰਹੀ ਆ। ਉਹ ਜਿੰਨਾ ਸਮਾਂ ਅਸੀਂ ਨਹੀਂ ਪਹੁੰਚਦੇ ਜਾਂ 1 ਕਿਲੋਮੀਟਰ ਅੱਧਾ ਕਿਲੋਮੀਟਰ ਪਿੱਛੇ ਹੁੰਨੇ ਆ, ਉਦੋਂ ਸਾਡਾ ਸਮਾਂ ਲਗਾ ਕੇ ਸਾਡਾ ਰੋਡਵੇਜ਼ ਦਾ ਟਾਈਮ ਖਾ ਕੇ ਫਿਰ ਉਹ ਗੱਡੀ ਭਜਾਉਂਦੇ ਆ। ਸੋ ਸਾਡਾ ਨੂੰ ਸਿੱਧਾ ਕਹਿ ਲਈਏ ਤਾਂ ਸਿੱਧਾ ਸਾਨੂੰ ਇਹਦਾ ਨੁਕਸਾਨ ਆ। ਅਸੀਂ ਚਾਹੁੰਦੇ ਆ ਕਿ VTS ਸਿਸਟਮ ਪ੍ਰਾਈਵੇਟ ਵਿੱਚ ਵੀ ਲਗਾਇਆ ਜਾਵੇ ਤੇ ਪਲੱਸ ਨਾਲ ਪਰਮਿਟਾਂ ਦੇ ਉੱਪਰ VTS ਸਿਸਟਮ ਲਗਾ ਕੇ ਚੜਾਇਆ ਜਾਵੇ, ਪਰਮਿਟ VTS ਤੇ ਚੜਨ ਤਾਂ ਕਿ ਜਿਹੜਾ ਨਜਾਇਜ਼ ਆਪਰੇਸ਼ਨ ਚੱਲਦਾ ਉਹਨੂੰ ਸਿੱਧੇ ਤਰੀਕੇ ਨਾਲ ਬੰਦ ਕੀਤਾ ਜਾ ਸਕੇ। ਕਿਸੇ ਵੀ ਗੱਡੀ ਨੂੰ ਰੂਟ ਤੇ ਚੱਲਣ ਤੋਂ ਪਹਿਲਾਂ ਉਹਦੇ 'ਚ VTS ਸਿਸਟਮ ਤੇ ਉਹਦਾ ਪਰਮਿਟ ਜ਼ਰੂਰੀ ਹੋਣਾ ਚਾਹੀਦਾ ਤਾਂ ਕਿ ਨਜਾਇਜ਼ ਬੱਸਾਂ ਬੰਦ ਹੋ ਸਕਣ। ਜੇ ਟਰਾਂਸਪੋਰਟ ਮਿਨਿਸਟਰ ਜੀ ਰੋਡ ਵਿੱਚ ਸੁਧਾਰ ਚਾਹੁੰਦੇ ਨੇ ਤਾਂ 10,000 ਸਰਕਾਰੀ ਬੱਸਾਂ ਪਾਉਣ ਤਾਂ ਇਹ VTS ਸਿਸਟਮ ਕਾਮਯਾਬ ਹੋਏਗਾ। ਸਰਕਾਰੀ ਬੱਸਾਂ ਵਿੱਚ ਟਰੈਕਿੰਗ ਸਿਸਟਮ ਲਗਾਏ ਤਾਂ ਇਸ ਕਰਕੇ ਗਏ ਸੀ ਕਿ ਲੋਕਾਂ ਨੂੰ ਘਰ ਬੈਠੇ ਹੀ ਪਤਾ ਲੱਗ ਸਕੇ ਕਿ ਕਿਹੜੇ ਬੱਸ ਸਟੈਂਡ ਤੇ ਕਦੋਂ ਬੱਸ ਪਹੁੰਚ ਰਹੀ ਹੈ, ਪਰ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਤੇ ਦੂਜੇ ਪਾਸੇ ਪ੍ਰਾਈਵੇਟ ਬੱਸਾਂ ਵਾਲੇ ਸਰਕਾਰ ਦੇ ਖਰਚੇ ਤੋਂ ਕਰੋੜਾਂ ਕਮਾ ਰਹੇ ਨੇ। ਬਿਊਰੋ ਰਿਪੋਰਟ TV ਪੰਜਾਬ। ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਗੁੰਡੇ ਲੀਡਰਾਂ ਵੱਲੋਂ 4 ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਜੀਪ ਥੱਲੇ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਸ਼ਹੀਦਾਂ ਦੀ ਅਸਥੀ ਕਲਸ਼ ਯਾਤਰਾ ਦੇਸ਼ ਭਰ ਵਿੱਚ ਕੱਢੀ ਜਾ ਰਹੀ ਹੈ ਤੇ ਵੱਖ-ਵੱਖ ਨਦੀਆਂ ਵਿੱਚ ਫੁੱਲਾਂ ਦਾ ਵਿਸਰਜਨ ਕੀਤਾ ਜਾ ਰਿਹਾ ਹੈ। ਹੁਣੇ ਅਸਥੀ ਕਲਸ਼ ਯਾਤਰਾ ਹੁਸ਼ਿਆਰਪੁਰ ਪਹੁੰਚੀ ਹੈ, ਜਿੱਥੇ ਗੁਰਦੁਆਰਾ ਸਾਹਿਬ ਵਿਖੇ ਰਾਤ ਦੇ ਠਹਿਰਾਅ ਤੋਂ ਮੁਕੇਰੀਆਂ ਤੇ ਜਲੰਧਰ ਲਈ ਰਵਾਨਾ ਹੋਈ। ਅੱਜ ਰਾਤ ਫਗਵਾੜਾ ਰੁਕਣ ਤੋਂ ਬਾਅਦ ਇਹ ਯਾਤਰਾ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਲਈ ਰਵਾਨਾ ਹੋਵੇਗੀ, ਜਿੱਥੇ ਸ਼ਹੀਦ ਕਿਸਾਨਾਂ ਦੇ ਫੁੱਲਾਂ ਦਾ ਵਿਸਰਜਨ ਸਤਲੁਜ ਨਦੀ ਵਿੱਚ ਕੀਤਾ ਜਾਵੇਗਾ। ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਗੁੰਡੇ ਲੀਡਰਾਂ ਵੱਲੋਂ 4 ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਜੀਪ ਥੱਲੇ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਸ਼ਹੀਦਾਂ ਦੀ ਅਸਥੀ ਕਲਸ਼ ਯਾਤਰਾ ਦੇਸ਼ ਭਰ ਵਿੱਚ ਕੱਢੀ ਜਾ ਰਹੀ ਹੈ ਅਤੇ ਵੱਖ-ਵੱਖ ਨਦੀਆਂ 'ਚ ਫੁੱਲਾਂ ਦਾ ਵਿਸਰਜਨ ਕੀਤਾ ਜਾ ਰਿਹਾ ਹੈ। ਹੁਣ ਇਹ ਅਸਥੀ ਕਲਸ਼ ਯਾਤਰਾ ਹੁਸ਼ਿਆਰਪੁਰ ਪਹੁੰਚੀ ਹੈ, ਜਿੱਥੇ ਗੁਰਦੁਆਰਾ ਸਾਹਿਬ ਵਿਖੇ ਰਾਤ ਦੇ ਠਹਿਰਾਅ ਤੋਂ ਮੁਕੇਰੀਆਂ ਤੇ ਜਲੰਧਰ ਲਈ ਰਵਾਨਾ ਹੋਈ। ਅੱਜ ਰਾਤ ਫਗਵਾੜਾ ਰੁਕਣ ਤੋਂ ਬਾਅਦ ਇਹ ਯਾਤਰਾ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਲਈ ਰਵਾਨਾ ਹੋਵੇਗੀ, ਜਿੱਥੇ ਸ਼ਹੀਦ ਕਿਸਾਨਾਂ ਦੇ ਫੁੱਲਾਂ ਦਾ ਵਿਸਰਜਨ ਸਤਲੁਜ ਨਦੀ ਵਿੱਚ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਉਹ ਇਸ ਸਰਕਾਰ ਪ੍ਰਤੀ ਪੂਰੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਸ਼ਹੀਦ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਅੱਜ ਜਿਹੜੀ ਸ਼ਹੀਦਾਂ ਦੀ ਕਲਸ਼ ਯਾਤਰਾ ਹੈ ਅਸਥੀਆਂ ਦੀ, ਉਹ ਸ਼ੁਰੂ ਕੀਤੀ ਗਈ ਹੈ ਹੁਸ਼ਿਆਰਪੁਰ ਤੋਂ, ਕਿਉਂਕਿ ਇਹ ਜਿਹੜਾ ਤਸ਼ੱਦਦ ਕੀਤਾ ਸੀ ਬੀਜੇਪੀ ਨੇ, ਸਾਡੇ 5 ਕਿਸਾਨ ਗੱਡੀਆਂ ਥੱਲੇ ਕੁਚਲ ਦਿੱਤੇ। ਅਜੇ ਮਿਸ਼ਰਾ ਟਹਿਣੀ ਤੇ ਉਹਦੇ ਬੇਟੇ ਅਸ਼ੀਸ਼ ਮਿਸ਼ਰਾ ਟਹਿਣੀ ਨੇ ਉਹਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਔਰ ਦੇਸ਼ ਦੇ ਵਿੱਚ ਜਾਗਰੂਕਤਾ ਲਿਆਉਣ ਲਈ ਕਿ ਬੀਜੇਪੀ ਇਸ ਤਰ੍ਹਾਂ ਜਿਹੜੇ ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲਦੀ ਹੈ। ਔਰ ਸਾਡਾ ਲਾਲ ਸਲਾਮ ਵੀ ਹੈ ਸ਼ਹੀਦਾਂ ਨੂੰ, ਔਰ ਇਹ ਵੀ ਕਵਾਂਗੇ ਕਿ ਸ਼ਹੀਦ ਜਿਹੜੇ ਆ ਅਮਰ ਰਹਿਣ। ਜਿਹੜੀ ਕਲਸ਼ ਯਾਤਰਾ ਇੱਥੋਂ ਹੁੰਦੇ ਹੋਏ ਇਹ ਮਕੇਰੀਆਂ ਹੁੰਦੇ ਹੋਏ ਜਲੰਧਰ ਹੋਏ ਫਗਵਾੜਾ ਜਾ ਕੇ ਰੁਕਾਂਗੇ ਔਰ ਕੱਲ ਫਗਵਾੜੇ ਤੋਂ ਸ਼ੁਰੂ ਕਰਕੇ ਕੱਲ ਕੀਰਤਪੁਰ ਸਾਹਿਬ ਸ਼ਾਮ 4 ਵਜੇ ਪਹੁੰਚਾਂਗੇ। ਨਵਾਂ ਸ਼ਹਿਰ ਰੋਪੜ ਵਗੈਰਾ ਸਾਰੇ ਘੁੰਮ ਕੇ ਜੋ ਉੱਥੇ ਜਾ ਕੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਮਨਜੀਤ ਸਿੰਘ ਰਾਏ ਦਾ ਕਹਿਣਾ ਸੀ ਕਿ ਕੁਝ ਸਿਆਸੀ ਆਗੂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਦਾਅਵੇ ਕਰ ਰਹੇ ਨੇ, ਪਰ ਜਦੋਂ ਵੀ ਕਾਨੂੰਨ ਰੱਦ ਹੋਏ ਤਾਂ ਉਹ ਕਿਸਾਨਾਂ ਦੇ ਸੰਘਰਸ਼ ਅਤੇ ਅੰਦੋਲਨ ਕਾਰਨ ਹੋਣਗੇ। ਜਿੱਤ ਦਾ ਸਿਹਰਾ ਕਿਸੇ ਵੀ ਵਿਅਕਤੀ ਦੇ ਸਿਰ ਨਹੀਂ ਬੰਨਿਆ ਜਾ ਸਕਦਾ। ਕਰਾਉਣ ਜਿਹੜਾ ਮਰਜ਼ੀ ਕਰਾਵੇ, ਸਾਨੂੰ ਕੀ ਹੈ, ਅਸੀਂ ਤਾਂ 1 ਸਾਲ ਤੋਂ ਅੰਦੋਲਨ 'ਚ ਹੈਗੇ ਆ, ਸੋ ਅੰਦੋਲਨ ਲੜ ਰਹੇ ਆ, ਕਾਨੂੰਨ ਰੱਦ ਕਰਾਉਣ ਲਈ ਲੜ ਰਹੇ ਆ। ਔਰ ਇਹ ਜਿਹੜਾ ਮਰਜ਼ੀ ਕੋਈ ਕਰਾਵੇ, ਸਾਨੂੰ ਕਿਹੜੀ ਤਾਕਤ ਕਰਾ ਰਹੀ ਇਹਦੇ ਬਾਰੇ ਸਾਨੂੰ ਨਹੀਂ ਪਤਾ, ਪਰ ਅਸਲ ਦੇ ਵਿੱਚ ਤਾਂ ਇਹ ਕਲੀਅਰ ਕੱਟ ਤੁਹਾਡੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਇਹ ਰੱਦ ਹੋਣੇ ਆ, ਇਹ ਕਿਸਾਨਾਂ ਦੇ ਅੰਦੋਲਨ ਨੇ ਰੱਦ ਕਰਾਉਣੇ ਆ, ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕਰਾਉਣੇ। ਇਸ ਗੱਲ ਦਾ ਧਿਆਨ ਰਹੇ। ਦੱਸ ਦਈਏ ਕਿ ਲਖੀਮਪੁਰ ਘਟਨਾ 'ਚ ਸ਼ਹੀਦ ਹੋਏ 4 ਕਿਸਾਨਾਂ ਤੇ ਇੱਕ ਪੱਤਰਕਾਰ ਦੀ ਅਸਥੀ ਕਲਸ਼ ਯਾਤਰਾ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਇਲਾਕੇ 'ਚ ਕੱਢੀ ਜਾ ਰਹੀ ਹੈ। ਇਸ ਮੌਕੇ ਲੋਕ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ, ਉੱਥੇ ਹੀ ਕਿਸਾਨੀ ਅੰਦੋਲਨ ਨਾਲ ਜੁੜਨ ਦਾ ਪ੍ਰਣ ਵੀ ਲੈ ਰਹੇ ਨੇ। ਹੁਸ਼ਿਆਰਪੁਰ ਤੋਂ ਪ੍ਰਵੀਨ ਬੋਬੀ ਦੇ ਨਾਲ ਬਿਊਰੋ ਰਿਪੋਰਟ TV ਪੰਜਾਬ। ਉਧਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਬੁਢਲਾਡਾ ਵਿਖੇ ਅਸਥੀ ਕਲਸ਼ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ। ਇਸ ਮੌਕੇ ਕਿਸਾਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਕਰਨ ਦਾ ਅਹਿਦ ਲਿਆ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਹੁਣ ਤੱਕ ਉਹਨਾਂ ਨੇ 700 ਦੇ ਕਰੀਬ ਸਾਥੀ ਸ਼ਹੀਦ ਹੋ ਚੁੱਕੇ ਨੇ ਅਤੇ ਕੇਂਦਰ ਸਰਕਾਰ ਅੰਦੋਲਨ ਨੂੰ ਫੇਲ ਕਰਨ ਲਈ ਨਿਤ ਦਿਨ ਨਵੀਆਂ ਚਾਲਾਂ ਚੱਲ ਰਹੀ ਹੈ। ਕਿਸਾਨ ਆਗੂਆਂ ਮੁਤਾਬਕ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਨੇ। ਦੱਸ ਦਈਏ ਕਿ ਮਾਲਵਾ ਖੇਤਰ ਵਿੱਚ ਕੱਢੀ ਜਾ ਰਹੀ ਇਸ ਅਸਥੀ ਕਲਸ਼ ਯਾਤਰਾ ਦਾ ਅੰਤਿਮ ਪੜਾਅ ਹੁਸੈਨੀਵਾਲਾ ਬਾਰਡਰ ਹੋਵੇਗਾ। ਟਿੱਕਰੀ ਬਾਰਡਰ ਤੋਂ ਸਾਡੀ ਸੰਯੁਕਤ ਮੋਰਚਾ ਜੋ ਟਿੱਕਰੀ ਬਾਰਡਰ ਦੀ ਕਮੇਟੀ ਹੈ, ਉਹਨਾਂ ਨੇ ਸਾਰਿਆਂ ਨੇ ਅਸੀਂ ਇਹ ਜਿਹੜਾ ਸਾਡਾ ਪ੍ਰੋਗਰਾਮ ਬਣਿਆ ਇੱਥੇ ਸ਼ਹੀਦਾਂ ਦੀਆਂ ਅਸਥੀਆਂ ਲੈ ਕੇ ਆਉਣ ਦਾ, ਉਹ ਸਾਰੇ ਅੱਜ ਅਸੀਂ ਸਵੇਰ 8 ਵਜੇ ਤੋਂ ਚੱਲੇ ਹਾਂ। ਜੋ ਸਰਕਾਰ ਦਾ ਉਹ ਮੰਤਰੀ ਹੈ ਅਜੇ ਮਿਸ਼ਰਾ, ਉਹਦਾ ਮੁੰਡਾ, ਉਹਨਾਂ ਨੂੰ ਸਜ਼ਾ ਦਵਾ ਕੇ ਰਵਾਂਗੇ। ਉਹਨਾਂ ਚਿਰ ਅਸੀਂ ਸਾਹ ਨਹੀਂ ਲੈਂਦੇ। ਜੋ 3 ਕਾਲੇ ਕਾਨੂੰਨ ਲਾਏ ਉਹ ਰੱਦ ਕਰਾ ਕੇ ਆਵਾਂਗੇ, ਉਹਨਾਂ ਚਿਰ ਆਉਂਦੇ ਨਹੀਂਗੇ। ਵੱਖ-ਵੱਖ ਢੰਗਾਂ ਦੇ ਨਾਲ ਮੋਰਚੇ ਨੂੰ ਬਦਨਾਮ ਕਰਨ ਦੀ ਗੱਲ ਸਰਕਾਰ ਕਰ ਰਹੀ ਹੈ। ਹਰ ਗੱਲ ਤੇ ਸਰਕਾਰ ਫੇਲ ਹੋ ਰਹੀ ਹੈ ਔਰ ਸਾਡਾ ਜਿਹੜਾ ਕਿਸਾਨ ਅੰਦੋਲਨ ਹੈ ਹਰ ਪੁਆਇੰਟ ਤੇ ਮਜ਼ਬੂਤ ਹੋ ਕੇ ਨਿਕਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜ਼ਬੂਤ ਹੋ ਕੇ ਨਿਕਲੇਗਾ। ਸਰਕਾਰ ਦੇ ਜਿਹੜੇ ਹੋਛੇ ਹਥਿਆਰ ਸਰਕਾਰ ਵਰਤ ਰਹੀ ਹੈ, ਕਈ ਢੰਗਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੋਰਚੇ ਨੂੰ। ਬਿਲਕੁਲ ਉਹ ਜਿਹੜਾ ਉਹ ਹਰ ਮਾਮਲੇ 'ਚ ਸਰਕਾਰ ਆਪ ਉਹਨੂੰ ਪੈਰ ਪਿੱਛੇ ਕਰਨਾ ਪੈਂਦਾ। ਹਰ ਵਾਰ ਉਹਦੀ ਜਿਹੜੀ ਹੈ ਉਹਦੇ ਤੇ ਸ਼ੱਕ ਜ਼ਾਹਰ ਕੀਤਾ ਜਾਂਦਾ। ਸ਼ੱਕ ਅੱਜ ਹਕੀਕਤ 'ਚ ਬਦਲ ਚੁੱਕਿਆ। ਜੋ ਥੋੜੇ ਦਿਨ ਪਹਿਲਾਂ ਸਿੱਧੂ ਤੇ ਘਟਨਾ ਹੋਈ ਹੈ ਉਹ ਜੱਗ ਜ਼ਾਹਰ ਹੋ ਗਈ ਹੈ ਕਿ ਜਿਹੜੇ ਜੋ ਕੁਛ ਉਹ ਕੀਤਾ ਉਹ ਸਰਕਾਰ ਨੇ ਕਰਵਾਇਆ ਸੀ, ਉਹਦੇ ਨਾਲ ਸੰਯੁਕਤ ਮੋਰਚੇ ਦਾ ਕੋਈ ਲੈਣਾ ਦੇਣਾ ਨਹੀਂ। ਪੂਰੇ ਦੇਸ਼ ਦੇ ਨਾਲ ਹੀ ਹਰਿਆਣਾ ਵਿੱਚ ਵੀ ਡੀਏਪੀ ਖਾਦ ਦੀ ਭਾਰੀ ਕਮੀ ਚੱਲ ਰਹੀ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ, ਉੱਥੇ ਹੀ ਕੁਝ ਦੁਕਾਨਦਾਰਾਂ ਨੇ ਖਾਦ ਨੂੰ ਮਹਿੰਗੇ ਭਾਅ ਉੱਤੇ ਵੇਚਣ ਲਈ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਤੇ ਖੇਤੀਬਾੜੀ ਮਹਿਕਮੇ ਨੂੰ ਇਸ ਮਸਲੇ ਦਾ ਤੁਰੰਤ ਹੱਲ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਤੇ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਦੀ ਨੱਕ ਥੱਲੇ ਖਾਦ ਦੀ ਬਲੈਕ ਕੀਤੀ ਜਾ ਰਹੀ ਹੈ। ਚੜੂਨੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਸਿਸਟਮ ਵਿੱਚ ਸੁਧਾਰ ਨਾ ਕੀਤੇ ਤਾਂ ਕਿਸਾਨ ਮਹਿਕਮੇ ਦੇ ਦਫ਼ਤਰਾਂ ਨੂੰ ਤਾਲੇ लगाने ਲਈ मजबूर होंगे। पूरे देश के अंदर डीएपी की बहुत भारी कमी है। हरियाणा के अंदर खास तौर पे जहाँ पे सरसों की बिजाई चल रही है, आलू की बिजाई चल रही है और गेहूं की बिजाई भी शुरू होने वाली है, तो डीएपी की बहुत भारी कमी है। और इसके बारे में मैंने जो इनका उच्च अधिकारी था उससे भी बात की थी, तो उन्होंने एक तो एनपीके मंगाने की बात कही थी कि हम एनपीके मंगाएंगे, डीएपी तो शायद पूरे देश में कमी नहीं पूरी हो पाएगी, लेकिन उसकी जगह एनपीके मंगाएंगे। लेकिन उसके ऊपर दुखदाई बात यह है कि दुकानदारों ने एनपीके को स्टॉक करना शुरू कर दिया है या छुपाना शुरू कर दिया है। गाड़ी बाहर से बाहर कहीं और भेज देते हैं, तो उन्होंने ब्लैक करना शुरू कर दिया है। खाद के साथ कुछ और जैसे कोई जिंक हो गया या कोई और दवाई होगी वो उसके साथ चिपका के दे रहे हैं कि अगर आपने डीएपी लेना है तो ये खाद या ये दवाई साथ में जरूर लेनी पड़ेगी। वो किसान के काम की नहीं होती। कई जगह पे महंगे रेट करना शुरू कर दिए हैं और सरकार इस पे कोई ध्यान नहीं दे रही है। हमारी सरकार से मांग है कि जितना डीएपी हरियाणा में आता है वो सरकार की निगरानी में आना चाहिए। ये जो सरकार के अधिकारी हैं, एग्रीकल्चर वाले हैं, ये मत्था टेकने के लिए नहीं बैठे वहाँ पे। इनसे काम लीजिए। और कैसे दुकान वाला इनकी नाक के नीचे कैसे दुकान वाला ब्लैक कर रहा है, क्या ड्यूटी है इनकी? ये तनख्वाह लेने के लिए लाख लाख रुपए तनख्वाह लेने के लिए हराम की है क्या जनता का पैसा? इनकी ड्यूटी लगाए सरकार। कहीं पे भी डीएपी में गड़बड़ नहीं होनी चाहिए। अगर कहीं पे डीएपी में गड़बड़ हुई तो सारे डीडीए ध्यान से सुन लें, सारे डीडीए ध्यान से सुन लें। हम ताला लगा के अंदर मूंद लें, कभी फिर कहीं बताया नहीं, वरना अपने अपने जिले में चौकस हो जाइए। कैसे ब्लैक हो रही है आपकी नाक के नीचे। आंगनवाड़ी वर्कर यूनियन ने अपनी हक्की मंगां नूं लैके अज पंजाब भर विच सरकार दे खिलाफ वखरे ढंग नाल रोस प्रदर्शन कीता। इस दे तहत डेरा बाबा नानक दे पिंड तारोवाली विखे पंजाब दे उप मुख मंत्री सुखजिंदर सिंह रंधावा दे घर दे बाहर आंगनवाड़ी वर्कर यूनियन वालों एक दिन दी भुख हड़ताल की गई अते श्री सुखमनी साहिब दे पाठ किए गए। आंगनवाड़ी वर्करां ने मांग की कि प्री नर्सरी क्लासां उन्हां नूं वापस दित्तियां जाण ते तनखाहां विच वाधा कीता जावे। आंगनवाड़ी वर्करां ने अपणीआं मंगां ना पूरीआं होण उत्ते सरकार ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਅਸੀਂ ਮਿਸਿਸ ਰੰਧਾਵਾ ਨੂੰ ਆਪਣਾ ਮੰਗ ਪੱਤਰ ਦਿੱਤਾ ਜੋ ਕਿ ਸਾਡੀਆਂ ਬਹੁਤ ਦੇਰ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਨੇ, ਉਸ ਕਰਕੇ ਵੀ ਇਹ ਸਾਡੀਆਂ ਮੰਗਾਂ ਮੈਡਮ ਅੱਗੇ ਪਹੁੰਚਾਉਣ ਤੇ ਇਹ ਮੰਗਾਂ ਪੂਰੀਆਂ ਕਰਾਉਣ, ਜਿਸ ਕਰਕੇ ਇਹਨਾਂ ਨੂੰ ਮੰਗ ਪੱਤਰ ਦਿੱਤਾ। ਅੱਗੇ ਅਸੀਂ ਧਰਨੇ ਲਾ ਕੇ ਨਾਅਰੇ ਲਾ ਕੇ
ਬੜਾ ਕੁਛ ਵੇਖ ਲਿਆ, ਪਰ ਐਰਕਾ ਅਸੀਂ ਆਪਣਾ ਇਹ ਸਾਰਾ ਇਹ ਬਦਲ ਦਿੱਤਾ। ਅਸੀਂ ਬਹੁਤ ਹੀ ਸ਼ਾਂਤੀ ਨਾਲ ਉੱਥੇ ਬੈਠ ਕੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਕੇ ਫਿਰ ਮੰਗ ਪੱਤਰ ਦਿੱਤੇ ਆ। ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਆਂਗਨਵਾੜੀ ਵਰਕਰਾਂ ਨੇ ਹੁਣ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਵੱਖਰਾ ਰਾਹ ਲੱਭਿਆ ਹੈ। ਅੱਜ ਆਂਗਨਵਾੜੀ ਵਰਕਰਾਂ ਨੇ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਘਰ ਬਾਹਰ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਇਹਨਾਂ ਵਰਕਰਾਂ ਦਾ ਕਹਿਣਾ ਸੀ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ 4.5 ਸਾਲ ਦੇ ਕਾਰਜਕਾਲ ਦੌਰਾਨ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ। ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ 14 ਨਵੰਬਰ ਨੂੰ ਮੁੱਖ ਮੰਤਰੀ ਚੰਨੀ ਦਾ ਘਰ ਘੇਰ ਕੇ ਰੋਸ ਪ੍ਰਦਰਸ਼ਨ ਕਰਨਗੀਆਂ। ਉਧਰ ਵਿਧਾਇਕਾ ਦੇ ਪਤੀ ਨੇ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਛੇਤੀ ਹੀ ਸਾਰੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਸਾਨੂੰ ਪੂਰੇ 4.5 ਸਾਲ ਹੋ ਗਏ ਨੇ ਜਦੋਂ ਦੀ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਹੈ। ਇਹਨਾਂ ਨੇ ਸਾਡੀ ਕੋਈ ਅਜੇ ਤੱਕ ਸੁਣਵਾਈ ਨਹੀਂ ਕੀਤੀ। ਕੋਈ ਆਂਗਨਵਾੜੀ ਵਰਕਰਾਂ ਦੇ ਜਿਹੜੇ 10 ਮੰਗਾਂ ਹੈਗੀਆਂ ਨੇ, ਕਿਸੇ ਮੰਗ ਤੇ ਵੀ ਅਜੇ ਤੱਕ ਇਹ ਸਰਕਾਰ ਪੂਰੀ ਨਹੀਂ ਉਤਰੀ। ਇਸ ਨੇ ਜਿੰਨੇ ਵੀ ਵਾਅਦੇ ਕੀਤੇ ਨੇ ਸਾਰੇ ਝੂਠੇ ਵਾਅਦੇ ਕੀਤੇ ਨੇ। ਇਸ ਕਰਕੇ ਜੋ ਵੀ ਮੁਲਾਜ਼ਮ ਤਬਕਾ ਹੈ ਸਾਰਾ ਹੀ ਸੜਕਾਂ ਤੋਂ ਉਤਰਿਆ ਹੋਇਆ ਹੈ। ਇਸ ਕਰਕੇ ਅਸੀਂ ਹੁਣ ਅਖੀਰ ਵਿੱਚ ਧਰਨੇ ਲਾ ਕੇ ਥੱਕ ਗਏ ਹਾਂ। ਹੁਣ ਅਸੀਂ ਇਹ ਗੱਲ ਸਾਡੀ ਹਰਗੋਬਿੰਦ ਨੇ ਇੱਕ ਪਾਸ ਕੀਤਾ ਹੈ, ਜਿਹੜਾ ਕਿ ਮਤਲਬ ਕਾਨੂੰਨ ਪਾਸ ਇਹ ਕੀਤਾ ਹੈ ਕਿ ਜਿੰਨੇ ਵੀ ਮੰਤਰੀ ਨੇ ਕਾਂਗਰਸ ਦੇ ਵਿਧਾਇਕ ਉਹਨਾਂ ਦੇ ਬੂਹੇ ਅੱਗੇ ਜਾ ਕੇ ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ, ਕਿਉਂਕਿ ਇਹ ਜਿਉਂਦੇ ਤਾਂ ਜਿਵੇਂ ਕਹਿੰਦੇ ਨੇ ਕਿ ਆਂਗਨਵਾੜੀ ਵਰਕਰਾਂ ਦੀ ਗੱਲ ਨਹੀਂ ਸੁਣਦੇ। ਹੁਣ ਇਹਨਾਂ ਦੀ ਆਤਮਾ ਜਿਹੜੀ ਉਹ ਮੜੀਆਂ ਵਿੱਚੋਂ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਇਹਨਾਂ ਦੇ ਬੂਹਿਆਂ ਦੇ ਅੱਗੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਤੇ ਜਦੋਂ ਤੱਕ ਇਹ ਸਾਡੇ ਮਤਲਬ ਇਹ ਨਾ ਮੰਗਾਂ ਪੂਰੀਆਂ ਕਰਨਗੇ ਅਸੀਂ ਇਸੇ ਤਰ੍ਹਾਂ ਇਹਨਾਂ ਦੇ ਰੋਸ ਮੁਜ਼ਾਹਰੇ ਕਰਦੇ ਰਹਾਂਗੇ। 14 ਨਵੰਬਰ ਨੂੰ ਅਸੀਂ ਚਰਨਜੀਤ ਚੰਨੀ ਦੇ ਉੱਥੇ ਜਾ ਕੇ ਇੱਕ ਬਹੁਤ ਵੱਡੀ ਵਿਚਾਰ ਰੈਲੀ ਕਰਾਂਗੇ। ਜਦੋਂ ਦੇ ਸਰਦਾਰ ਚਰਨਜੀਤ ਚੰਨੀ ਜੀ ਸਾਡੇ ਮਾਣਯੋਗ ਮੁੱਖ ਮੰਤਰੀ ਬਣੇ ਆ, ਉਦੋਂ ਦੇ ਜਿਹੜੇ ਵੀ ਮੁਲਾਜ਼ਮਾਂ ਦੇ ਮੁੱਦੇ ਆ ਉਹ ਬਹੁਤ ਟੈਨਸ਼ਨ ਲੈ ਕੇ ਉਹ ਹੱਲ ਕਰਾ ਰਹੇ ਆ। ਭਲਾ ਉਹ ਆਂਗਣਵਾੜੀ ਦੀ ਗੱਲ ਕਰ ਲਓ, ਭਲਾ ਕੋਈ ਹੋਰ ਮੁਲਾਜ਼ਮ ਆ, ਉਹ ਆਪਦੇ ਕੋਲੇ ਬੁਲਾਉਂਦੇ ਆ, ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰਦੇ ਆ ਔਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਸੁਣਦੇ ਆ, ਸੁਣ ਕੇ ਔਰ ਉਹਨਾਂ ਦਾ ਹੱਲ ਕਰਦੇ ਆ। ਜਿਹੜੀ ਗੱਲ ਅੱਜ ਤੁਸੀਂ ਆਂਗਣਵਾੜੀ ਦੀ ਕਰ ਰਹੇ ਹੋ, ਮੈਂ ਬੜੀ ਜਲਦੀ ਇਹ ਹਾਈ ਕਮਾਂਡ ਦੀ ਨਿਗਾਹ 'ਚ ਔਰ ਮੈਂ ਵਿਸ਼ਵਾਸ ਦਿਵਾਉਣਾ ਤੁਹਾਡੇ ਚੈਨਲ ਰਾਹੀਂ ਬਹੁਤ ਛੇਤੀ ਜਿਹੜਾ ਇਹਨੂੰ ਹੱਲ ਕੀਤਾ ਜਾਊਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਉੱਤੇ। ਅਰੂਸਾ ਆਲਮ ਪਿੱਛੇ ਹੱਥ ਧੋ ਕੇ ਪਏ ਪੰਜਾਬ ਦੇ ਸਿਆਸਤਦਾਨ ਕੈਪਟਨ ਰੰਧਾਵਾ ਦੀ ਟਵੀਟ ਵਾਰ ਮਗਰੋਂ ਨਵਜੋਤ ਕੌਰ ਸਿੱਧੂ ਦੇ ਤਿੱਖੇ ਬਿਆਨ, ਅਰੂਸਾ ਆਲਮ ਤੇ ਕਰੋੜਾਂ ਰੁਪਏ ਦੇ ਗਹਿਣੇ ਲੈ ਕੇ ਭੱਜਣ ਦੇ ਲਗਾਏ ਇਲਜ਼ਾਮ। ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਨੂੰ ਵੀ ਘੇਰਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਮਜੀਠੀਏ ਦੇ ਨਾਮ ਉੱਤੇ ਚੜ੍ਹਦਾ ਹੈ ਗੁੱਸਾ, ਸੁਖਬੀਰ ਉੱਤੇ ਹਮੇਸ਼ਾ ਨਸ਼ੇ ਵਿੱਚ ਰਹਿਣ ਦੇ ਲਗਾਏ ਆਰੋਪ। ਪੰਜਾਬ ਵਿੱਚ BSF ਦਾ ਅਧਿਕਾਰ ਖੇਤਰ ਵਧਾਉਣ ਦਾ ਮੁੱਦਾ ਭਖਿਆ। ਚੰਨੀ ਸਰਕਾਰ ਨੇ ਸੋਮਵਾਰ ਨੂੰ ਬੁਲਾਈ ਸਰਬਦਲੀ ਮੀਟਿੰਗ। ਪ੍ਰਤਾਪ ਬਾਜਵਾ ਨੇ ਕਿਹਾ, ਕੇਂਦਰ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਲਗਾ ਰਿਹਾ ਹੈ ਢਾਹ। ट्रांसपोर्ट मंत्री राजा वड़िंग दे एक्शन लगातार जारी। बरनाला बस स्टैंड की सफाई ना होने उत्ते अधिकारियों नूं पाई झाड़। रोडवेज मुलाजमां ते सवारियां ने राजा वड़िंग नूं अपणियां मुश्किलां दसियां। ਅਤੇ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਪੰਜਾਬ ਵਿੱਚ ਜਾਰੀ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ। ਖੇਤੀ ਕਾਨੂੰਨਾਂ ਵਿਰੁੱਧ ਜੰਗ ਜਾਰੀ ਰੱਖਣ ਦਾ ਲਿਆ ਅਹਿਦ। ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਿਹਤਮੰਦ ਰਹੋ, ਸੁਰੱਖਿਅਤ ਰਹੋ ਤੇ ਦੇਖਦੇ ਰਹੋ TV ਪੰਜਾਬ।